ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਰਾਗ ਗੋਂਡ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਇਹ ਪਾਵਨ ਬਚਨ ਉਚਾਰਦੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੋਂਡਾ ਮਹੱਲਾ ਪੰਜਵਾ। ਗੋਂਡ ਰਾਗ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਸ਼ਬਦ ਉਚਾਰਦੇ ਹਨ। 863 ਠੱਗ ਤੇ ਇਹ ਪਾਵਨ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਜਾ ਕੈ ਸੰਗ ਇਹੋ ਮਨ ਨਿਰਮਲ। ਪਾਤਸ਼ਾਹ ਫਰਮਾਉਂਦੇ ਨੇ ਕਿ ਜਿਨ੍ਹਾਂ ਦੀ ਸੰਗਤ ਕੀਤਿਆਂ, ਜਿਸ ਦੀ ਸੰਗਤ ਕੀਤਿਆਂ ਇਹ ਮਨ ਨਿਰਮਲ ਹੋ ਜਾਂਦਾ ਹੈ। ਯਾਨੀ ਕਿ ਇਹਦਾ ਮਤਲਬ ਹੈ ਵੀ ਕਿਸੇ ਦੀ ਸੰਗਤ ਕਰਕੇ ਮਨ ਮਲੀਨ ਵੀ ਹੁੰਦਾ ਹੋਵੇਗਾ, ਮੈਲਾ ਵੀ ਹੁੰਦਾ ਹੋਵੇਗਾ। ਜੇ ਕਿਸੇ ਦੀ ਸੰਗਤ ਕਰਕੇ ਮਨ ਨਿਰਮਲ ਹੁੰਦਾ ਤੇ ਇਹ ਸੁਭਾਵਕ ਹੈ, ਫਿਰ ਕਿਸੇ ਦੀ ਸੰਗਤ ਕਰਕੇ ਮਨ ਮੈਲਾ ਵੀ ਹੁੰਦਾ ਹੋਵੇਗਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ, ਉਹ ਕਹਿੰਦੇ ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਕੀਏ ਬਿਰਥਾ ਬਿਲ ਲਾਤ ਹੈ। ਉਹ ਕਹਿੰਦੇ ਇੱਕ ਥਾਂ ਤੇ ਪਾਣੀ ਪੀਵੀਏ ਤੇ ਪਾਣੀ ਪੀ ਕੇ ਸਰੀਰ ਐਨ ਨਿਰੋਗ ਹੋ ਜਾਂਦਾ, ਤੇ ਉਹੀ ਪਾਣੀ ਜੇ ਕਿਤੇ ਦੂਸ਼ਿਤ ਹੋਇਆ ਹੋਵੇ, ਮਲੀਨ ਹੋਇਆ ਹੋਵੇ, ਮੈਲਾ ਹੋਇਆ ਹੋਵੇ, ਉਹ ਪਾਣੀ ਪੀਓ ਤੇ ਦਸਤ ਲੱਗ ਜਾਂਦੇ ਨੇ, ਬੰਦੇ ਨੂੰ ਦੁਖੀ ਹੋਣਾ ਪੈਂਦਾ। ਪਾਣੀ ਤਾਂ ਉਹੀ ਹੈ ਨਾ, ਇੱਕ ਸਾਫ਼ ਪਾਣੀ, ਸ਼ੁੱਧ ਪਾਣੀ ਪੀ ਕੇ ਸਾਫ਼ ਸਰੀਰ ਨੂੰ ਸੁੱਖ ਦਿੱਤਾ, ਇੱਕ ਪਾਣੀ ਨੇ ਸਰੀਰ ਨੂੰ ਦੁਖੀ ਕਰ ਦਿੱਤਾ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰ, ਕਰਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿਸੇ ਘਰ ਦੇ ਵਿੱਚ ਅੱਗ ਬਲਦੀ ਹੋਵੇ, ਉਹ ਰਸੋਈ ਵਿੱਚ ਕਿਤੇ ਪ੍ਰਸ਼ਾਦੇ ਪੱਕ ਰਹੇ ਨੇ, ਕਿਤੇ ਪੂੜੀਆਂ ਪੱਕ ਰਹੀਆਂ ਨੇ, ਕਿਤੇ ਖੀਰ ਤਿਆਰ ਹੋ ਰਹੀ ਹੈ, ਕਿਤੇ ਚੌਲ ਬਣ ਰਹੇ ਨੇ। ਕਿੰਨੇ ਕੰਮ ਰਸੋਈ ਦੇ ਸਿੱਧ ਹੁੰਦੇ ਅਗਨੀ ਨਾਲ, ਉਹ ਵੀ ਤਾਂ ਅੱਗ ਹੈ ਨਾ। ਜੇ ਉਹੀ ਅੱਗ ਵਿਕਰਾਲ ਰੂਪ ਧਾਰਨ ਕਰ ਲਵੇ ਤੇ ਘਰ ਨੂੰ ਸਾੜ ਕੇ ਸਵਾਹ ਕਰ ਦਿੰਦੀ, ਉਹ ਵੀ ਅੱਗ ਹੈ। ਇੱਕ ਅੱਗ ਰਸੋਈ ਵਿੱਚ ਬਲੇ ਸੰਜਮ ਵਿੱਚ ਹੈ ਤਾਂ ਉਹ ਅਨੇਕਾਂ ਪ੍ਰਕਾਰ ਦੇ ਪਕਵਾਨ ਬਣਾਉਂਦੀ ਹੈ। ਉਹੀ ਅੱਗ ਵਿਕਰਾਲ ਰੂਪ ਧਾਰ ਲਵੇ ਤੇ ਸਾਰੇ ਘਰ ਨੂੰ ਸਾੜ ਕੇ ਸਵਾਹ ਬਣਾ ਦਿੰਦੀ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਾਮਪੁਰ ਜਾਤ ਹੈ। ਕਿਸੇ ਦੀ ਸੰਗਤ ਕਰਕੇ ਬੰਦਾ ਜੀਵਨ ਮੁਕਤ ਹੋ ਜਾਂਦਾ, ਜੀਵਨ ਮੁਕਤ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ, ਤੇ ਕਿਸੇ ਦੀ ਸੰਗਤ ਕਰਕੇ ਉਹੀ ਬੰਦਾ ਜਮਪੁਰੀ ਨੂੰ ਚਲਾ ਜਾਂਦਾ ਹੈ। ਯਾਨੀ ਕਿ ਜਿਨ੍ਹਾਂ ਦੀ ਸੰਗਤ ਕਰਕੇ ਜਮਪੁਰੀ ਨੂੰ ਜਾਂਦਾ ਹੈ, ਉਹਨਾਂ ਦੀ ਸੰਗਤ ਕੀਤਿਆਂ ਮਨ ਮਲੀਨ ਹੁੰਦਾ, ਉਹਨੇ ਸਾਕਤ, ਉਹਨੇ ਦੁਰਜਨ, ਉਹਨੇ ਮਨਮੁਖ। ਤੇ ਜਿਨ੍ਹਾਂ ਦੀ ਸੰਗਤ ਦੀ ਗੱਲ ਇੱਥੇ ਅੱਜ ਦੇ ਸ਼ਬਦ 'ਚ ਗੁਰੂ ਅਰਜਨ ਦੇਵ ਸਾਹਿਬ ਕਰ ਰਹੇ ਨੇ, ਇਹ ਉਹਨਾਂ ਦੀ ਸੰਗਤ ਹੈ ਜਿਨ੍ਹਾਂ ਨੂੰ ਕਿਹਾ ਜਾਂਦਾ ਗੁਰਮੁਖ, ਜਿਨ੍ਹਾਂ ਨੂੰ ਕਿਹਾ ਜਾਂਦਾ ਸਾਧੂ, ਜਿਨ੍ਹਾਂ ਨੂੰ ਕਿਹਾ ਜਾਂਦਾ ਗੁਰਸਿੱਖ। ਤੇ ਕਹਿੰਦੇ ਤਿਨਾਂ ਦੀ ਸੰਗਤ ਕਰਕੇ ਇਹ ਮਨ ਨਿਰਮਲ ਪਵਿੱਤਰ ਸ਼ੁੱਧ ਹੋ ਜਾਂਦਾ। ਗੁਰੂ ਕੀ ਸੰਗਤ ਕਰਕੇ ਜਾ ਕੇ ਸ਼ਬਦ ਗੁਰੂ ਦੇ ਨਾਲ ਵੀ ਜੋੜ ਸਕਦੇ ਹਾਂ ਕਿ ਸਤਿਗੁਰਾਂ ਦੀ ਸੰਗਤ ਕੀਤਿਆਂ, ਗੁਰੂ ਕੀ ਸੰਗਤ ਕੀਤਿਆਂ ਇਹ ਮਨ ਨਿਰਮਲ ਪਵਿੱਤਰ ਤੇ ਸ਼ੁੱਧ ਹੁੰਦਾ ਹੈ। ਜਾ ਕੈ ਸੰਗ
ਹਰ ਹਰ ਸਿਮਰਨ। ਫਿਰ ਸਾਹਿਬ ਜੀ ਦਾ ਸੰਗ ਕਰਕੇ ਜਿਨ੍ਹਾਂ ਦੀ ਸੰਗਤ ਕੀਤਿਆਂ ਇਸ ਮਨ ਵਿੱਚ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਚੱਲ ਪੈਂਦਾ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਹੀ ਹਿਰਦੇ 'ਚ ਨਿਰੰਕਾਰ ਦਾ ਸਿਮਰਨ ਚੱਲ ਪੈਂਦਾ। ਉਹ ਕੌਣ ਨੇ? ਉਹ ਗੁਰਮੁਖ ਨੇ, ਉਹ ਸਾਧੂ ਨੇ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ, ਮਿੱਤਰ ਅਸਾਡੜੇ ਸਈ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਹੀ ਗੱਲ ਬਣ ਜਾਏ। ਸੰਗਤ ਕਰਨ ਤਾਂ ਬਾਅਦ ਵਿੱਚ ਦਰਸ਼ਨ ਕੀਤਿਆਂ ਹੀ ਕਹਿੰਦੇ ਜਿਨ੍ਹਾਂ ਦੀ ਸੰਗਤ ਕੀਤਿਆਂ ਇਸ ਮਨ ਵਿੱਚ ਹਰੀ ਦਾ ਸਿਮਰਨ ਚੱਲ ਪੈਂਦਾ। ਜਿਨ੍ਹਾਂ ਦੀ ਰੋਜ਼ ਅਰਦਾਸ 'ਚ ਮੰਗ ਕਰਦੇ ਆ, ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਹੇ ਮਹਾਰਾਜ ਉਹੋ ਜਿਹਾ ਪਿਆਰਿਆਂ ਦਾ ਮੇਲ ਕਰਾਓ ਜਿਨ੍ਹਾਂ ਨੂੰ ਮਿਲਦਿਆਂ ਆਪ ਜੀ ਦਾ ਅੰਮ੍ਰਿਤ ਨਾਮ ਚੇਤੇ ਆਵੇ। ਤੋ ਐਸੇ ਗੁਰਮੁਖ ਹੈਣ ਜਿਨ੍ਹਾਂ ਦੀ ਸੰਗਤ ਕੀਤਿਆਂ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਇਸ ਮਨ ਵਿੱਚ ਚੱਲ ਪੈਂਦਾ। ਇਸ ਕਰਕੇ ਕਹਿ ਰਹੇ ਨੇ, ਜਾ ਕੈ ਸੰਗ ਹਰ ਹਰ ਸਿਮਰਨ। ਜਿਨ੍ਹਾਂ ਦੀ ਸੰਗਤ ਕੀਤਿਆਂ ਹਰੀ ਹਰੀ ਦਾ ਸਿਮਰਨ ਹੋ ਜਾਂਦਾ ਹੈ। ਜਾ ਕੈ ਸੰਗ ਕਿਲ ਵਿਖ ਹੋਏ ਨਾਸ। ਜਿਸ ਦੀ ਸੰਗਤ ਕੀਤਿਆਂ ਕਿਲ ਵਿਖਾਂ ਦਾ, ਪਾਪਾਂ ਦਾ ਨਾਸ ਹੋ ਜਾਂਦਾ। ਜਿਸ ਦੀ ਸੰਗਤ ਕੀਤਿਆਂ ਪਾਪ ਨਸ ਜਾਂਦੇ ਨੇ। ਕਿਲ ਵਿਖ, ਕਿਲ ਵਿਖ ਕਿਸ ਨੂੰ ਕਹਿੰਦੇ ਨੇ? ਕਿਲ ਵਿਖ ਉਹ ਪਾਪ ਜਿਹੜੇ ਜਾਣ ਬੁੱਝ ਕੇ ਔਰ ਮਿੱਥ ਕੇ ਕੀਤੇ ਜਾਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਕਿਲ ਵਿਖ। ਜਿਹੜੇ ਮਿੱਥ ਕੇ ਕੀਤੇ ਜਾਣ, ਜਾਣ ਬੁੱਝ ਕੇ ਕੀਤੇ ਜਾਣ। ਕੁਝ ਪਾਪ ਹੁੰਦੇ ਨੇ ਜਿਹੜੇ ਅਚੇਤ ਪੁਣੇ 'ਚ ਹੁੰਦੇ ਆ, ਸੁਭਾਵਕ ਅਚੇਤ ਪੁਣੇ 'ਚ ਪਤਾ ਨਹੀਂ ਪਰ ਹੋ ਗਏ। ਕੁਝ ਪਾਪ ਜਿਹੜੇ ਜਾਣ ਬੁੱਝ ਕੇ ਕੀਤੇ ਜਾਂਦੇ ਨੇ, ਮਿੱਥ ਕੇ ਕੀਤੇ ਜਾਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਕਿਲ ਵਿਖ। ਔਰ ਐਸੇ ਕਿਲ ਵਿਖਾਂ ਨਾਲ ਸਾਡਾ ਹਿਰਦਾ ਭਰਿਆ ਪਿਆ। ਸਾਡਾ ਅੰਤਸ਼ਕਰਣ ਐਸੇ ਕਿਲ ਵਿਖਾਂ ਨਾਲ ਭਰਿਆ ਹੋਇਆ। ਪਾਤਸ਼ਾਹ ਕਹਿੰਦੇ ਜਿਸ ਦੀ ਸੰਗਤ ਕੀਤਿਆਂ ਸਾਰੇ ਕਿਲ ਵਿਖ ਪਾਪ ਨਸ ਜਾਂਦੇ ਹਨ। ਸਾਰੇ ਕਿਲ ਵਿਖਾਂ ਦਾ, ਸਾਰੇ ਪਾਪ ਕਰਮਾਂ ਦਾ ਨਾਸ ਹੋ ਜਾਂਦਾ ਹੈ। ਜਾ ਕੈ ਸੰਗ ਹਿਰਦੈ ਪਰਗਾਸ। ਜਦੋਂ ਕਿਲ ਵਿਖਾਂ ਦਾ ਹੀ ਨਾਸ ਹੋ ਗਿਆ ਤੇ ਫਿਰ ਉਹਨਾਂ ਦੀ ਸੰਗਤ ਕਰਕੇ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਹੋਵੇਗਾ। ਜਾ ਕੇ ਯਾਨੀ ਕਿ ਜਿਨ੍ਹਾਂ ਦੇ ਸੰਗ ਕੀਤਿਆਂ ਇਸ ਮਨ ਵਿੱਚ ਅਕਾਲ ਪੁਰਖ ਪਰਮੇਸ਼ਰ ਦੇ ਗਿਆਨ ਦਾ ਪ੍ਰਕਾਸ਼ ਹੋਵੇਗਾ। ਸੇ ਸੰਤਨ ਹਰ ਕੇ ਮੇਰੇ ਮੀਤ। ਇਹ ਭਾਈ ਇਹੋ ਜਿਹੇ ਜਿਹੜੇ ਸੰਤ ਨੇ ਜਿਨ੍ਹਾਂ ਬਾਬਤ ਉੱਪਰ ਕਹਿ ਆਏ ਨੇ ਵੀ ਜਿਨ੍ਹਾਂ ਦੀ ਸੰਗਤ ਕੀਤਿਆਂ ਇਹ ਸਭ ਕੁਝ ਮਿਲਦਾ ਹੈ, ਉਹ ਮੇਰੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਮਿੱਤਰ ਹਨ। ਐਸੇ ਜਿਹੜੇ ਸੰਤ ਨੇ ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਮਿੱਤਰ ਹਨ। ਕੇਵਲ ਨਾਮ ਗਾਈਐ ਜਾ ਕੈ ਨੀਤ। ਕਹਿੰਦੇ ਜਿਸ ਦਾ ਕੇਵਲ ਨਾਮ ਹੀ ਨਿਤ ਗਾਇਆ ਜਾਵੇ। ਕੇਵਲ ਨਾਮ ਗਾਈਐ ਜਾ ਕੈ ਨੀਤ। ਉਹਨਾਂ ਸਾਧੂਆਂ ਦੀ ਸੰਗਤ ਵਿੱਚ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਗਾਵਿਆ ਜਾਂਦਾ ਹੈ। ਅਕਾਲ ਪੁਰਖ ਦੇ ਨਾਮ ਦਾ ਹੀ ਚਿੰਤਨ ਹੁੰਦਾ ਹੈ। ਰਹਾਉ ਜਾ ਕੈ ਮੰਤਰ ਹਰ ਹਰ ਮਨ ਵਸੈ। ਇਹਨਾਂ ਦੇ ਦਿੱਤੇ ਹੋਏ ਮੰਤਰ ਨਾਲ, ਉਪਦੇਸ਼ ਨਾਲ, ਇੱਥੇ ਮੰਤਰ ਦਾ ਅਰਥ ਕਰਾਂਗੇ ਉਪਦੇਸ਼। ਜਿਸ ਦੇ ਦਿੱਤੇ ਹੋਏ ਉਪਦੇਸ਼ ਨਾਲ ਹਰੀ ਅਕਾਲ ਪੁਰਖ ਪਰਮੇਸ਼ਰ ਇਸ ਮਨ ਵਿੱਚ ਆ ਕੇ ਵਸ ਜਾਂਦਾ। ਰੱਬ ਦੇ ਪਿਆਰੇ ਮਹਾਂਪੁਰਸ਼ ਸਾਧੂ ਜਦੋਂ ਉਪਦੇਸ਼ ਦਿੰਦੇ ਹਨ ਤੇ ਤਿਨਾਂ ਦੇ ਦਿੱਤੇ ਹੋਏ ਉਪਦੇਸ਼ ਨਾਲ ਹਰੀ ਮਨ ਵਿੱਚ ਵਸ ਜਾਂਦਾ ਹੈ। ਜਾ ਕੈ ਮੰਤਰ ਹਰ ਹਰ ਮਨ ਵਸੈ। ਜਿਨ੍ਹਾਂ ਦੇ ਦਿੱਤੇ ਹੋਏ ਉਪਦੇਸ਼ ਨਾਲ
ਹਰੀ ਅਕਾਲ ਪੁਰਖ ਪਰਮੇਸ਼ਰ ਦਾ ਅੰਮ੍ਰਿਤ ਨਾਮ ਮਨ ਵਿੱਚ ਵਸਦਾ ਹੈ। ਜਾ ਕੈ ਉਪਦੇਸ ਭਰਮ ਭਾਉ ਨਸੈ। ਕਹਿੰਦੇ ਜਿਨ੍ਹਾਂ ਦੇ ਦਿੱਤੇ ਹੋਏ ਉਪਦੇਸ਼ ਨਾਲ ਮਨ ਚੋਂ ਭਰਮ ਤੇ ਡਰ ਨਸ ਜਾਂਦਾ, ਨਾ ਭਰਮ ਰਹਿੰਦਾ ਤੇ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਡਰ ਰਹਿੰਦਾ। ਜਿੱਥੇ ਭਰਮ ਹੋਵੇ ਡਰ ਉੱਥੇ ਹੀ ਹੁੰਦਾ ਨਾ। ਜਦੋਂ ਰੱਸੀ ਨੂੰ ਸੱਪ ਸਮਝ ਲਓਗੇ ਫਿਰ ਡਰ ਵੀ ਲੱਗੇਗਾ ਵੀ ਸੱਪ ਪਿਆ। ਰੱਸੀ ਨੂੰ ਸੱਪ ਸਮਝਣਾ ਭਰਮ ਹੈ, ਫਿਰ ਉਸ ਭਰਮ ਤੋਂ ਬਾਅਦ ਡਰ ਹੈ। ਜਦੋਂ ਇਹ ਸੰਸਾਰ ਨੂੰ ਜੋ ਹੈ ਹੀ ਨਹੀਂ ਅਸੀਂ ਸੱਚ ਸਮਝ ਲਿਆ ਭਰਮ ਕਰਕੇ, ਤੇ ਫਿਰ ਡਰ ਵੀ ਹੋਣਗੇ ਕਈ ਪ੍ਰਕਾਰ ਦੇ। ਤੇ ਜਿਸ ਗੁਰੂ ਦੇ ਦਿੱਤੇ ਹੋਏ ਉਪਦੇਸ਼ ਨਾਲ ਭਰਮ ਵੀ ਨਸ ਜਾਂਦਾ ਹੈ ਔਰ ਡਰ ਵੀ ਦੂਰ ਹੋ ਜਾਂਦਾ ਹੈ। ਜਾ ਕੈ ਕੀਰਤ ਨਿਰਮਲ ਸਾਰ। ਕਹਿੰਦੇ ਜਿਨ੍ਹਾਂ ਦੀ ਸੰਗਤ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਕੀਰਤੀ ਕੀਤੀ ਜਾਂਦੀ ਹੈ ਔਰ ਉਸ ਕੀਰਤੀ ਦੁਆਰਾ ਨਿਰਮਲ ਪਵਿੱਤਰ ਸਾਰ ਦੀ ਪ੍ਰਾਪਤੀ ਹੁੰਦੀ ਹੈ। ਸਾਰ ਕਹਿੰਦੇ ਨੇ ਸਿਧਾਂਤ ਨੂੰ। ਐਸਾ ਸਾਰ ਸ੍ਰੇਸ਼ਟ ਸਿਧਾਂਤ ਪ੍ਰਾਪਤ ਹੁੰਦਾ ਹੈ। ਜਾ ਕੀ ਰੇ ਨ ਬਾਂਛੈ ਸੰਸਾਰ। ਇਹੋ ਜਿਹੇ ਸਤਿਪੁਰਸ਼ਾਂ ਮਹਾਂਪੁਰਸ਼ਾਂ ਸਾਧੂਆਂ ਦੇ ਚਰਨਾਂ ਦੀ ਧੂੜ ਸਾਰਾ ਸੰਸਾਰ ਬਾਂਛਦਾ। ਸਾਰਾ ਜਗਤ ਇਹੋ ਜਿਹੇ ਗੁਰਮੁਖਾਂ ਦੀ ਸਾਧੂਆਂ ਦੇ ਚਰਨਾਂ ਦੀ ਧੂੜੀ ਲੋਚਦਾ ਹੈ। ਕੋਟ ਪਤਿਤ ਜਾ ਕੈ ਸੰਗ ਉਧਾਰ। ਕਰੋੜਾਂ ਪਤਿਤ ਪਾਪੀ ਜਿਨ੍ਹਾਂ ਦੀ ਸੰਗਤ ਕਰਕੇ ਉਧਰ ਜਾਂਦੇ ਹਨ। ਕਰੋੜਾਂ ਪਾਪੀ, ਕਰੋੜਾਂ ਪਾਪ ਕਰਮਾਂ 'ਚ ਪ੍ਰਵਿਰਤ ਹੋਏ ਪ੍ਰਾਣੀ ਰੱਬ ਦੇ ਪਿਆਰਿਆਂ ਗੁਰਮੁਖਾਂ ਦੀ ਸੰਗਤ ਕਰਕੇ ਇਹ ਸੰਸਾਰ ਤੋਂ ਉਧਰ ਜਾਂਦੇ ਹਨ। ਉਹ ਕਰੋੜਾਂ ਪਾਪੀਆਂ ਨੂੰ ਵੀ ਸੰਸਾਰ ਤੋਂ ਉਧਾਰ ਦਿੰਦਾ ਹੈ। ਦੇ ਨਾਮ ਹੈ ਏਕ ਕਣੀ। ਪਰਮੇਸ਼ਰ ਦੇ ਇੱਕ ਨਾਮ ਦੀ ਕਣੀ ਦੇ ਕੇ ਉਹ ਕਰੋੜਾਂ ਪਾਪੀਆਂ ਨੂੰ ਇਹ ਸੰਸਾਰ ਤੋਂ ਉਧਾਰ ਦਿੰਦੇ ਹਨ। ਏਕ ਨਿਰੰਕਾਰ ਜਾ ਕੈ ਨਾਮ ਆਧਾਰ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਆਪਣੀਆਂ ਵਾਰਾਂ ਵਿੱਚ ਬਚਨ ਲਿਖੇ ਰਾਜੇ ਜਨਕ ਦੀ ਸਾਖੀ। ਉਹ ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਮਾਇਆ ਗੁਰਮੁਖ ਮਾਇਆ ਵਿੱਚ ਉਦਾਸੀ। ਰਾਜਾ ਜਨਕ ਬੜਾ ਵੱਡਾ ਭਗਤ ਹੈ। ਕਹਿੰਦੇ ਜਦੋਂ ਰਾਜੇ ਜਨਕ ਨੇ ਸਰੀਰ ਤਿਆਗਿਆ ਤੇ ਸੱਚਖੰਡ ਜਾਣ ਲੱਗਾ, ਭਾਈ ਗੁਰਦਾਸ ਸਾਹਿਬ ਲਿਖਦੇ, ਤੇ ਕਹਿੰਦੇ ਨਰਕਾਂ ਦੇ ਕੋਲੋਂ ਦੀ ਲੰਘੇ ਉਹਨਾਂ ਦਾ ਵਿਮਾਨ। ਬੜੀ ਹਾਹਾ ਹੂ ਪਈ ਹੋਈ ਉੱਥੇ ਚੀਖ ਝਿਆੜਾ ਪਿਆ ਹੋਇਆ। ਪੁੱਛਿਆ ਵੀ ਇਹ ਕੀ? ਕਹਿੰਦੇ ਜੀ ਨਰਕ, ਇੱਥੇ ਬੜੇ ਬੜੇ ਪਾਪੀ ਲੋਕ ਨੇ, ਉਹਨਾਂ ਨੂੰ ਸਜ਼ਾ ਪਈ ਮਿਲਦੀ। ਕਹਿੰਦਾ ਵੀ ਮੈਂ ਤਾਂ ਇਹਨਾਂ ਨੂੰ ਵੀ ਨਾਲ ਲੈ ਕੇ ਜਾਣਾ, ਇਹ ਵੀ ਤਾਰਨੇ ਆ। ਧਰਮਰਾਜੇ ਨੂੰ ਆਖਿਆ ਵੀ ਇਹ ਵੀ ਛੱਡ ਸਾਰੇ। ਉਹ ਆਖੇ ਮਹਾਰਾਜ ਵੀ ਮੇਰੀ ਵਾਸਤੇ ਬੇਵਸੀ ਆ, ਵੀ ਮੈਂ ਨਹੀਂ ਜੇ ਛੱਡ ਸਕਦਾ, ਮੈਂ ਵੀ ਤਾਂ ਹੁਕਮ ਦਾ ਬੱਧਾ ਪਰਮੇਸ਼ਰ ਦਾ, ਵੀ ਮੈਨੂੰ ਇਹਨਾਂ ਦੇ ਪਾਪਾਂ ਦੇ ਬਦਲੇ ਪੁੰਨ ਮਿਲ ਜਾਣ ਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਛੱਡ ਦਿੰਦਾ, ਤੁਹਾਡੇ ਨਾਲ ਹੀ ਭੇਜ ਦਿੰਦਾ। ਰਾਜਾ ਜਨਕ ਜੀ ਕਹਿੰਦੇ ਆ ਵੀ ਕਰ ਇੱਕ ਪਾਸੇ ਇਹਨਾਂ ਦੇ ਪਾਪ ਜਿੰਨੇ ਹਨ ਰੱਖ ਦਿੱਤੇ। ਇੱਕ ਪਾਸੇ ਰਾਜੇ ਜਨਕ ਨੇ ਕੇਵਲ ਅੱਧੀ ਘੜੀ ਦਾ ਕੀਤਾ ਹੋਇਆ ਸਤਸੰਗ ਤੇ ਪਰਮੇਸ਼ਰ ਦਾ ਕੀਤਾ ਹੋਇਆ ਭਜਨ ਰੱਖ ਦਿੱਤਾ। ਔਰ ਉਹ ਜਿੰਨੇ ਕਰੋੜਾਂ ਲੋਕਾਂ ਦੇ ਪਾਪ ਸਨ, ਉਹ ਪਾਪਾਂ ਦਾ ਪੱਲੜਾ ਹੌਲਾ ਹੋ ਗਿਆ ਤੇ ਉਹ ਅੱਧੀ ਘੜੀ ਦਾ ਕੀਤਾ ਸਤਸੰਗ ਵਾਲਾ ਪੱਲੜਾ ਭਾਰੀ, ਉਹ ਬਰਾਬਰ ਨਹੀਂ ਪੁੱਜ ਸਕੇ। ਹੁਣ ਉਹ ਸਾਰਿਆਂ ਨੂੰ ਹੀ ਮੁਕਤ ਕਰ ਦਿੱਤਾ। 18 ਕੂਣੀਆਂ ਨਰਕਾਂ ਦੀਆਂ ਰਾਜੇ ਜਨਕ ਨੇ ਖਾਲੀ ਕਰ ਦਿੱਤੀਆਂ। ਭਾਈ ਗੁਰਦਾਸ ਜੀ ਕਹਿੰਦੇ ਨਾਮ ਦਾ ਪ੍ਰਤਾਪ ਹੈ, ਇਹ ਨਾਮ ਦੀ ਮਹਿਮਾ ਹੈ। ਗੁਰੂ ਅਰਜਨ ਦੇਵ ਸਾਹਿਬ ਇੱਥੇ ਕਹਿੰਦੇ ਆ ਕੋਟ ਪਤਤ ਜਾ ਕੈ ਸੰਗ ਉਧਾਰ। ਕਰੋੜਾਂ ਪਤਤ ਪਾਪੀ ਜਿਨ੍ਹਾਂ ਗੁਰਮੁਖਾਂ ਦੀ ਸੰਗਤ ਕਰਦੇ ਨੇ,
ਉਹਨਾਂ ਦੀ ਸੰਗਤ ਦਾ ਫਾਲੇ ਮਿਲਦਾ ਵੀ ਉਹਨਾਂ ਸੰਗਤ ਦੇ ਪ੍ਰਤਾਪ ਕਰਕੇ ਉਹਨਾਂ ਦਾ ਇਹ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ। ਕਰੋੜਾਂ ਪਾਪੀ ਵੀ ਉਧਰ ਜਾਂਦੇ ਨੇ ਉਹਨਾਂ ਦੀ ਸੰਗਤ ਕਰਕੇ। ਏਕ ਨਿਰੰਕਾਰ ਜਾ ਕੈ ਨਾਮ ਆਧਾਰ। ਉਹਨਾਂ ਦੇ ਹਿਰਦਿਆਂ ਵਿੱਚ ਕੇਵਲ ਇੱਕ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਆਧਾਰ ਹੈ। ਉਹ ਕੇਵਲ ਇੱਕ ਅਕਾਲ ਪੁਰਖ ਦੇ ਨਾਮ ਦਾ ਹੀ ਆਸਰਾ ਆਪਣੇ ਹਿਰਦੇ 'ਚ ਧਾਰਨ ਕਰਦੇ ਹਨ। ਸਰਬ ਜੀਆਂ ਕਾ ਜਾਣੈ ਪਿਓ। ਰੱਬ ਦੇ ਪਿਆਰੇ ਅਕਾਲ ਪੁਰਖ ਪਰਮੇਸ਼ਰ ਦੀ ਅਵਸਥਾ ਨੂੰ ਇਉਂ ਜਾਣਦੇ ਹਨ ਕਿ ਅਕਾਲ ਪੁਰਖ ਸੰਸਾਰ ਦੇ ਸਮਸਤ ਜੀਵਾਂ ਦਾ ਭੇਦ ਜਾਣਦਾ ਹੈ। ਕਿਸ ਦੇ ਹਿਰਦੇ 'ਚ ਕੀ ਵਰਤਦਾ ਹੈ, ਕਿਸ ਦੇ ਘਟ ਵਿੱਚ ਕੀ ਵਰਤਦਾ ਹੈ, ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਵਿਧਾਤਾ ਜਾਣਦਾ ਹੈ। ਸਭ ਦੇ ਹਿਰਦਿਆਂ ਦਾ ਭੇਤ ਜਾਣਨੇ ਵਾਲਾ, ਸਭ ਦੇ ਹਿਰਦਿਆਂ ਦੀ ਜਾਣਨੇ ਵਾਲਾ ਅੰਤਰਜਾਮੀ ਹੈ। ਕਿਰਪਾ ਨਿਧਾਨ ਨਿਰੰਜਨ ਦਿਓ। ਉਹ ਵਾਹਿਗੁਰੂ ਕਿਰਪਾ ਦਾ ਖਜ਼ਾਨਾ ਹੈ। ਕਿਰਪਾ ਨਿਧਾਨ, ਕਿਰਪਾ ਦਾ ਖਜ਼ਾਨਾ ਹੈ। ਨਿਰੰਜਨ ਦਿਓ, ਮਾਇਆ ਦੀ ਕਾਲਖ ਤੋਂ ਰਹਿਤ, ਦਿਓ ਕਹੀਏ ਪ੍ਰਕਾਸ਼ ਰੂਪ ਹੈ। ਨਿਰੰਜਨ ਕਹਿੰਦੇ ਮਾਇਆ ਦੀ ਕਾਲਖ ਤੋਂ ਰਹਿਤ, ਦਿਓ ਕਹਿੰਦੇ ਨੇ ਪ੍ਰਕਾਸ਼ ਰੂਪ ਨੂੰ। ਵਾਹਿਗੁਰੂ ਪ੍ਰਕਾਸ਼ ਰੂਪ ਹੈ ਔਰ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਕਿਰਪਾ ਦਾ ਖਜ਼ਾਨਾ ਹੈ। ਪਾਰ ਬ੍ਰਹਮ ਜਬ ਭਏ ਕਿਰਪਾਲ। ਐਸੀ ਪਾਰ ਬ੍ਰਹਮ, ਪਰਾ ਬ੍ਰਹਮ, ਪਾਰ ਬ੍ਰਹਮ ਵਾਹਿਗੁਰੂ ਜੀ ਜਦੋਂ ਕਿਰਪਾ ਦੇ ਘਰ ਵਿੱਚ ਆ ਕੇ ਆਪਣਿਆਂ ਸੇਵਕਾਂ ਤੇ ਕਿਰਪਾਲ ਹੋ ਕੇ ਕਿਰਪਾ ਕਰਦੇ ਹਨ। ਪਾਰ ਬ੍ਰਹਮ ਜਬ ਭਏ ਕਿਰਪਾਲ, ਉਹ ਪਾਰ ਬ੍ਰਹਮ ਵਾਹਿਗੁਰੂ ਜੀ ਜਦੋਂ ਕਿਰਪਾ ਦੇ ਘਰ ਵਿੱਚ ਆਉਂਦੇ ਕਿਰਪਾ ਕਰਦੇ ਹਨ। ਤਬ ਭੇਟੇ ਗੁਰ ਸਾਧ ਦਇਆਲ। ਕਹਿੰਦੇ ਤਾਂ ਜਾ ਕੇ ਗੁਰੂ ਸਾਧੂ ਦਾ ਮੇਲ ਹੁੰਦਾ। ਗੁਰੂ ਸਾਧੂ ਦਾ ਮੇਲ ਮਿਲਾਪ ਤਾਂ ਪ੍ਰਾਪਤ ਹੁੰਦਾ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਕਰਦੇ ਹਨ। ਬਿਨਾਂ ਨਿਰੰਕਾਰ ਅਕਾਲ ਪੁਰਖ ਦੀ ਕਿਰਪਾ ਤੋਂ ਗੁਰੂ ਦਾ ਮੇਲ ਨਹੀਂ ਹੁੰਦਾ। ਜਦੋਂ ਕਿਰਪਾ ਹੋਈ ਕਹਿੰਦੇ ਫਿਰ ਗੁਰੂ ਸਾਧੂ ਦਿਆਲ ਪ੍ਰਾਪਤ ਹੋਏ। ਦੀਨ ਰਹਿਣ ਨਾਨਕ ਨਾਮ ਧਿਆਏ। ਪਾਤਸ਼ਾਹ ਕਹਿੰਦੇ ਦਿਨ ਰਾਤ ਅੱਠੇ ਪਹਿਰ ਮੈਂ ਗੁਰੂ ਦੀ ਸੰਗਤ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹਾਂ, ਅਕਾਲ ਪੁਰਖ ਦੇ ਅੰਮ੍ਰਿਤ ਨਾਮ ਨੂੰ ਆਰਾਧਦਾ ਹਾਂ। ਸੁਖ ਸਹਿਜ ਆਨੰਦ ਹਰ ਨਾਏ। ਇਹ ਭਾਈ ਹਰੀ ਦੇ ਨਾਮ 'ਚ ਸਾਰੇ ਸੁਖ ਨੇ, ਹਰੀ ਦੇ ਨਾਮ 'ਚ ਸਾਰੇ ਸਹਿਜ ਨੇ, ਹਰੀ ਦੇ ਨਾਮ ਵਿੱਚ ਸਾਰੇ ਆਨੰਦ ਨੇ। ਸਾਰੇ ਸੁਖ ਸਹਿਜ ਆਨੰਦ ਹਰੀ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਹੀ ਹਨ। ਗੌਂਡ ਮਹੱਲਾ ਪੰਜਵਾ। ਰਾਗ ਗੌਂਡ ਵਿੱਚ ਪੰਜਵੇਂ ਪਾਤਸ਼ਾਹ ਜੀ ਬਚਨ ਉਚਾਰਦੇ ਹਨ। ਗੁਰ ਕੀ ਮੂਰਤ ਮਨ ਮਹਿ ਧਿਆਨ। ਇਹ ਭਾਈ ਆਪਣੇ ਗੁਰੂ ਦੀ ਮੂਰਤ ਦਾ ਆਪਣੇ ਮਨ 'ਚ ਧਿਆਨ ਕਰੋ। ਗੁਰੂ ਦੀ ਮੂਰਤ ਦਾ ਧਿਆਨ ਆਪਣੇ ਹਿਰਦੇ 'ਚ ਵਸਾਓ। ਗੁਰ ਕੀ ਮੂਰਤ ਮਨ ਮਹਿ ਧਿਆਨ। ਧੰਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਹਿਰਦੇ ਵਿੱਚ ਆਪਣੇ ਧਿਆਨ 'ਚ ਤਾਰ ਕੇ ਫਿਰ ਜਪੋ। ਸਾਡੇ ਗੁਰੂ ਪ੍ਰਤੱਖ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਹਨ। ਕਈ ਪੁੱਛਦੇ ਆ ਵੀ ਧਿਆਨ ਵਿੱਚ ਕਿਹੜਾ ਸਰੂਪ ਵਸਾਈਏ। ਮਹਾਂਪੁਰਸ਼ ਕਹਿੰਦੇ ਆ ਵੀ ਵਾਹਿਗੁਰੂ ਸ਼ਬਦ ਦੇ ਜਿਹੜੇ 4 ਅੱਖਰ ਨੇ ਉਹਨਾਂ ਦਾ ਹੀ ਧਿਆਨ ਕਰੋ। ਪਰ ਔਖਾ ਹੈ ਅੱਖਰਾਂ ਦਾ ਧਿਆਨ ਕਰਨਾ। ਫਿਰ ਕਹਿੰਦੇ ਸੁਖੈਨ ਤਰੀਕਾ ਇੱਕ ਹੋਰ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਕਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਹਿਰਦੇ 'ਚ ਰੱਖ ਕੇ ਆਪਣਾ ਜਿਹੜਾ ਆਗਿਆ ਚੱਕਰ ਅੱਖਾਂ ਦੇ ਭੌਹਾਂ ਦੇ ਵਿਚਕਾਰ
ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਕਰਕੇ ਫਿਰ ਸ਼ਬਦ ਦਾ ਅਭਿਆਸ ਕਰੋ, ਗੁਰਮੰਤਰ ਦਾ ਅਭਿਆਸ ਕਰੋ। ਗੁਰੂ ਦੀ ਮੂਰਤ ਦਾ ਆਪਣੇ ਮਨ ਵਿੱਚ ਧਿਆਨ ਕਰਨਾ ਹੈ। ਗੁਰ ਕੈ ਸ਼ਬਦ ਮੰਤਰ ਮਾਨ ਮਾਨ। ਗੁਰੂ ਦੇ ਸ਼ਬਦ ਦੁਆਰਾ, ਉਪਦੇਸ਼ ਦੁਆਰਾ ਆਪਣੇ ਮਨ 'ਚ ਇਹ ਜਾਣਨਾ ਹੈ ਕਿ ਜਿਹੜਾ ਮੰਤਰ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ ਉਹ ਦੁਨੀਆ ਦੇ ਸਾਰੇ ਮੰਤਰਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਮੰਤਰ ਹੈ। ਮੰਤਰ ਮਨ ਮਾਨ, ਮਨ ਵਿੱਚ ਇਹ ਮੰਨ ਲੈ ਕਿ ਗੁਰੂ ਦਾ ਦਿੱਤਾ ਹੋਇਆ ਮੰਤਰ ਦੁਨੀਆ ਦੇ ਸਾਰੇ ਮੰਤਰਾਂ ਚੋਂ ਸ੍ਰੇਸ਼ਟ ਹੈ, ਸਰਵੋਤਮ ਹੈ। ਵਾਹਿਗੁਰੂ ਗੁਰਮੰਤਰ ਦੁਨੀਆ ਦੇ ਸਾਰੇ ਮੰਤਰਾਂ ਵਿੱਚੋਂ ਸਰਵੋਤਮ ਮੰਤਰ ਹੈ। ਗੁਰ ਕੇ ਚਰਨ ਹਿਰਦੈ ਲੈ ਤਾਰੋ। ਮੈਂ ਆਪਣੇ ਗੁਰੂ ਦੇ ਚਰਨਾਂ ਨੂੰ ਹਿਰਦੇ 'ਚ ਲੈ ਕਰਕੇ ਧਾਰਦਾ ਹਾਂ। ਗੁਰੂ ਕੇ ਚਰਨਾਂ ਨੂੰ ਲੈ ਕੇ ਆਪਣੇ ਹਿਰਦੇ ਵਿੱਚ ਧਾਰਦਾ ਹਾਂ। ਗੁਰੂ ਦੇ ਚਰਨ ਆਪਣੇ ਹਿਰਦੇ ਵਿੱਚ ਵਸਾਉਂਦਾ ਹਾਂ। ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਮੇਰੇ ਗੁਰੂ ਜੀ ਪਾਰ ਬ੍ਰਹਮ ਦਾ ਸਰੂਪ ਨੇ। ਮੇਰੇ ਗੁਰੂ ਤੇ ਪਾਰ ਬ੍ਰਹਮ 'ਚ ਭੇਦ ਕੋਈ ਨਹੀਂ। ਇਸ ਕਰਕੇ ਮੈਂ ਆਪਣੇ ਗੁਰੂ ਨੂੰ ਪਾਰ ਬ੍ਰਹਮ ਜਾਣ ਕੇ ਉਹਨਾਂ ਨੂੰ ਸਦਾ ਨਮਸਕਾਰ ਕਰਦਾ ਹਾਂ। ਗੁਰੂ ਨੂੰ ਪਾਰ ਬ੍ਰਹਮ ਦਾ ਰੂਪ ਜਾਣ ਕੇ ਗੁਰੂ ਨੂੰ ਨਮਸਕਾਰ ਕਰਦਾ ਹਾਂ। ਮਤ ਕੋ ਭਰਮ ਭੁਲੈ ਸੰਸਾਰ। ਮਤਾ ਕੋਈ ਇਹ ਸੰਸਾਰ ਭਰਮ ਤੇ ਭੁਲੇਖੇ ਵਿੱਚ ਭੁੱਲਿਆ ਫਿਰੇ। ਐ ਸੰਸਾਰ ਦੇ ਲੋਕੋ, ਮਤਾ ਤੁਸੀਂ ਭਰਮ 'ਚ ਭੁੱਲੇ ਫਿਰੋ। ਗੁਰ ਬਿਨ ਕੋਈ ਨਾ ਉਤਰਸ ਪਾਰ। ਸੁਣੋ ਵੀ ਦੁਨੀਆ ਦੇ ਲੋਕੋ, ਸੰਸਾਰ ਦੇ ਲੋਕੋ, ਕਿਹੜੇ ਭੁਲੇਖੇ 'ਚ ਟੁਰੇ ਫਿਰਦੇ ਹੋ। ਗੁਰੂ ਤੋਂ ਬਿਨਾਂ ਇਹ ਸੰਸਾਰ ਤੋਂ ਕੋਈ ਵੀ ਪਾਰ ਨਹੀਂ ਉਤਰਿਆ। ਕਿਹੜੇ ਭਰਮ 'ਚ, ਕਿਹੜੇ ਭੁਲੇਖੇ 'ਚ ਟੁਰੇ ਫਿਰਦੇ ਹੋ। ਆਪਾਂ ਕਹਿ ਨਹੀਂ ਦਿੰਦੇ ਹੋ ਕਿਹੜੇ ਭੁਲੇਖੇ 'ਚ ਟੁਰਿਆ ਫਿਰਦਾ, ਆ ਗੱਲ ਨਹੀਂ। ਮਹਾਰਾਜ ਜੀ ਕਹਿੰਦੇ ਹੋ ਸੰਸਾਰ ਦੇ ਲੋਕੋ ਕਿਹੜੇ ਭਰਮ ਭੁਲੇਖੇ 'ਚ ਟੁਰੇ ਫਿਰਦੇ ਹੋ। ਗੁਰੂ ਬਿਨਾ ਕੋਈ ਵੀ ਇਹ ਸੰਸਾਰ ਤੋਂ ਪਾਰ ਨਹੀਂ ਉਤਰਿਆ। ਜਿਹੜਾ ਵੀ ਤਰਿਆ ਗੁਰੂ ਦੀ ਕਿਰਪਾ ਨਾਲ ਹੀ ਤਰਿਆ। ਗੁਰੂ ਬਿਨਾ ਕੋਈ ਵੀ ਇਹ ਸੰਸਾਰ ਤੋਂ ਪਾਰ ਨਹੀਂ ਉਤਰਿਆ। ਰਹਾਉ ਭੁੱਲੇ ਕੋ ਗੁਰ ਮਾਰਗ ਪਾਇਆ। ਗੁਰੂ ਨੇ ਸਾਡੇ ਵਰਗਿਆਂ ਭੁੱਲਿਆਂ ਹੋਇਆਂ ਭਟਕਿਆਂ ਹੋਇਆਂ ਨੂੰ ਮਾਰਗ ਤੇ ਪਾ ਦਿੱਤਾ। ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਸਾਹਿਬ ਜੀ ਨੇ ਭੁੱਲਿਆ ਹੋਇਆਂ ਨੂੰ ਮਾਰਗ ਪਾਇਆ ਹੈ। ਜਿਹੜੇ ਆਪਣੇ ਮਾਰਗ ਤੋਂ ਖੁੰਝੇ ਹੋਏ ਲੋਕ ਸਨ, ਕੌਡੇ ਵਰਗੇ, ਸੱਜਣ ਠੱਗ ਵਰਗੇ, ਪਤਾ ਨਹੀਂ ਕਿਤਨਿਆਂ ਭੁੱਲਿਆ ਹੋਇਆਂ ਨੂੰ ਸਤਿਗੁਰਾਂ ਨੇ ਮਾਰਗ ਪਾਇਆ ਹੈ। ਆਵਰ ਤਿਆਗ ਹਰ ਭਗਤੀ ਲਾਇਆ। ਉਹਨਾਂ ਕੋਲੋਂ ਹੋਰ ਜਿਹੜੇ ਕਰਮ ਕਾਂਡ ਸੀ ਉਹ ਤਿਆਗ ਕਰਾ ਕੇ ਨਾ ਵੀ ਇਹ ਫੋਕੇ ਕੰਮ ਛੱਡੋ, ਉਹਨਾਂ ਫੋਕੇ ਕਰਮ ਕਾਂਡਾਂ ਦਾ ਤਿਆਗ ਕਰਵਾ ਕੇ ਮਹਾਰਾਜ ਜੀ ਨੇ ਉਹਨਾਂ ਨੂੰ ਹਰੀ ਦੀ ਭਗਤੀ ਚ ਲਾਇਆ। ਆਹ ਰਸਤੇ ਤੇ ਪਾਇਆ। ਪੁੱਛਿਆ ਵੀ ਕਿਹੜੇ ਰਾਹ ਤੇ ਪਾਇਆ ਜਿਹੜੇ ਭੁੱਲੇ ਸੀ। ਕਹਿੰਦੇ ਭਗਤੀ ਦੇ ਰਾਹ ਤੇ ਪਾਇਆ। ਹੋਰ ਸਭ ਕੁਝ ਛਡਾ ਕੇ ਵੀ ਆਹ ਸਭ ਫੋਕਾ ਹੈ, ਕਿਹੜੇ ਕਰਮਾਂ ਵਿੱਚ ਜੋ ਪ੍ਰਵਿਰਤ ਹੋ ਰਿਹਾ ਹੈ ਇਹਨਾਂ ਦਾ ਕੋਈ ਲਾਭ ਨਹੀਂ ਜੇ ਹੋਣਾ ਤੈਨੂੰ। ਉਹਨਾਂ ਦਾ ਤਿਆਗ ਕਰਵਾ ਕੇ ਮਹਾਰਾਜ ਜੀ ਨੇ ਤਿਨਾਂ ਨੂੰ ਹਰੀ ਪਰਮੇਸ਼ਰ ਦੀ ਭਗਤੀ ਵਿੱਚ ਲਾਇਆ ਹੈ। ਜਨਮ ਮਰਨ ਕੀ ਤਰਾਸ ਮਿਟਾਈ। ਔਰ ਜਿਹੜੇ ਹਰੀ ਦੀ ਭਗਤੀ ਵਿੱਚ ਲੱਗ ਗਏ
ਉਹਨਾਂ ਦਾ ਜਨਮ ਤੇ ਮਰਨ ਸਤਿਗੁਰਾਂ ਨੇ ਕੱਟ ਦਿੱਤਾ। ਉਹਨਾਂ ਦੇ ਜਨਮ ਤੇ ਮਰਨ ਦਾ ਡਰ ਦੂਰ ਕਰ ਦਿੱਤਾ। ਗੁਰ ਪੂਰੇ ਕੀ ਬੇਅੰਤ ਵਡਾਈ। ਇਹ ਭਾਈ ਪੂਰੇ ਗੁਰੂ ਦੀ ਵਡਿਆਈ ਬੇਅੰਤ ਹੈ। ਪੂਰੇ ਗੁਰੂ ਦੀ ਵਡਿਆਈ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਗੁਰ ਪ੍ਰਸਾਦ ਉਰਧ ਕਮਲ ਵਿਗਾਸ। ਗੁਰੂ ਦੀ ਕਿਰਪਾ ਨਾਲ ਜਿਹੜਾ ਕਮਲ ਦਾ ਫੁੱਲ ਮੁੱਧਾ ਸੀ ਉਹ ਸਿੱਧਾ ਹੋ ਗਿਆ, ਉਹਦਾ ਖੇੜਾ ਖਿੜ ਗਿਆ। ਯਾਨੀ ਕਿ ਜਿਹੜਾ ਇਹ ਮਨ ਪਰਮੇਸ਼ਰ ਤੋਂ ਬੇਮੁਖ ਹੋਇਆ ਹੋਇਆ ਸੀ, ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦੇ ਸਨਮੁਖ ਹੋ ਗਿਆ। ਕਮਲ ਦਾ ਫੁੱਲ ਮੁੱਧਾ ਸੀ, ਸਿੱਧਾ ਹੋ ਗਿਆ। ਯਾਨੀ ਕਿ ਅਕਾਲ ਪੁਰਖ ਤੋਂ ਜਿਹੜਾ ਬੇਮੁਖ ਹੋਇਆ ਮਨ ਸੀ, ਉਹ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦੇ ਸਨਮੁਖ ਹੋ ਗਿਆ। ਅੰਧਕਾਰ ਮਹਿ ਭਇਆ ਪ੍ਰਗਾਸ। ਅੰਧਕਾਰ ਭਰੇ ਜੀਵਨ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਜਿੱਥੇ ਪਹਿਲਾਂ ਅੰਧਕਾਰ ਸੀ, ਅਗਿਆਨਤਾ ਦਾ ਹਨੇਰਾ ਸੀ, ਉਸ ਅੰਧਕਾਰ ਦੇ ਵਿੱਚ ਹੁਣ ਗਿਆਨ ਦਾ ਪ੍ਰਕਾਸ਼ ਹੋ ਆਇਆ ਹੈ। ਜਿਨ ਕੀਆ ਸੋ ਗੁਰ ਤੇ ਜਾਣਿਆ। ਕਹਿੰਦੇ ਜਿਸ ਨੇ ਕੀਤਾ ਹੈ ਇਹ ਸਭ ਕੁਝ, ਉਹ ਗੁਰੂ ਤੋਂ ਹੀ ਜਾਣਿਆ ਜਾਂਦਾ ਹੈ। ਜਿਸ ਨੇ ਵੀ ਜਾਣਿਆ, ਗੁਰੂ ਦੀ ਕਿਰਪਾ ਨਾਲ ਜਾਣਿਆ ਹੈ। ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਪਾਤਸ਼ਾਹ ਕਹਿੰਦੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ, ਉਹਨਾਂ ਮੂਰਖਾਂ ਦਾ ਮਨ ਵੀ ਮੰਨ ਜਾਂਦਾ ਹੈ, ਮੁਗਧਾਂ ਦਾ ਮਨ ਵੀ ਮੰਨ ਜਾਂਦਾ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਆਵੇ। ਗੁਰ ਕਰਤਾ ਗੁਰ ਕਰਨੈ ਜੋਗ। ਗੁਰੂ ਪਹਿਲਾਂ ਵੀ ਕਰਤਾ ਸੀ, ਹੁਣ ਵੀ ਕਰਤਾ ਤੇ ਅੱਗੇ ਨੂੰ ਵੀ ਕਰਨ ਯੋਗ ਹੈ। ਪਹਿਲਾਂ ਜੋ ਹੋਇਆ ਉਹ ਵੀ ਗੁਰੂ ਨੇ ਕੀਤਾ, ਹੁਣ ਜੋ ਹੋ ਰਿਹਾ ਉਹ ਵੀ ਗੁਰੂ ਕਰ ਰਿਹਾ, ਅੱਗੇ ਜੋ ਹੋਵੇਗਾ ਗੁਰੂ ਹੀ ਕਰੇਗਾ। ਗੁਰੂ ਬਿਨਾਂ ਕੋਈ ਦੂਜਾ ਕਰਤਾ ਨਹੀਂ। ਗੁਰ ਪਰਮੇਸ਼ਰ ਹੈ ਭੀ ਹੋਗਾ। ਇਹ ਭਾਈ ਗੁਰੂ ਪਰਮੇਸ਼ਰ ਹੀ ਹੈ। ਗੁਰੂ ਤੇ ਪਰਮੇਸ਼ਰ 'ਚ ਭੇਦ ਨਾ ਸਮਝਿਓ। ਗੁਰੂ ਪਰਮੇਸ਼ਰ ਪਹਿਲਾਂ ਵੀ ਸੀ, ਗੁਰੂ ਪਰਮੇਸ਼ਰ ਹੁਣ ਵੀ ਹੈ, ਤੇ ਗੁਰੂ ਪਰਮੇਸ਼ਰ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਹੈ ਭੀ ਹੋ, ਤਿੰਨਾਂ ਕਾਲਾਂ ਵਿੱਚ ਗੁਰੂ ਪਰਮੇਸ਼ਰ ਹੈ। ਕਹੋ ਨਾਨਕ ਪ੍ਰਭ ਇਹ ਜਨਾਈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੇਰੇ ਪ੍ਰਭੂ ਨੇ ਮੈਨੂੰ ਇਹ ਜਣਾ ਦਿੱਤਾ ਹੈ। ਬਿਨ ਗੁਰ ਮੁਕਤ ਨਾ ਪਾਈਐ ਪਾਈ। ਇਹ ਭਾਈ ਗੁਰੂ ਤੋਂ ਬਿਨਾ ਮੁਕਤੀ ਨਹੀਂ ਮਿਲਦੀ, ਗੁਰੂ ਤੋਂ ਬਿਨਾ ਮੋਕਸ਼ ਦੀ ਪ੍ਰਾਪਤੀ ਨਹੀਂ ਹੁੰਦੀ। ਮੇਰੇ ਪ੍ਰਭੂ ਨੇ ਮੇਰੇ ਤੇ ਤਰਸ ਕਰਕੇ ਮੈਨੂੰ ਇਹ ਜਣਾ ਦਿੱਤਾ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ। 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 ਗੁਰੂ ਬਿਨਾ ਮੈਂ ਨਾਹੀ ਹੋਰ। ਗੁਰੂ ਬਿਨਾ ਮੈਂ ਨਾਹੀ ਹੋਰ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।